ਅਸਾਂ ਮਜ਼ਦੂਰ ਇੱਕ ਜਲਸੇ ਦੀ ਤਿਆਰੀ ਬੜੇ ਸ਼ੌਕ ਜੋਸ਼ ਤੇ ਚਾਅ ਨਾਲ ਕਰ ਰਹੇ ਸਾਂ। ਅਗਲੇ ਮਹੀਨੇ ਸਾਲਾਨਾ ਮੰਗਾਂ ਫੈਕਟਰੀ ਦੇ ਇੰਤਜ਼ਾਮੀਆਂ ਨੂੰ ਦੇਣੀਆਂ ਸਨ। ਉਹਨਾਂ ਮੰਗਾਂ ਦੀ ਤਿਆਰੀ ਵਾਸਤੇ ਮਜ਼ਦੂਰਾਂ ਨੂੰ ਜ਼ਿਹਨੀ ਤੌਰ 'ਤੇ ਤਿਆਰ ਕਰਨਾ ਸੀ। ਇੱਕ ਮਜ਼ਦੂਰ ਜਲਸੇ ਦੀ ਉਡੀਕ ਵਿੱਚ ਜਾਪਦਾ ਸੀ। ਪਹਿਲੀ ਵਾਰ ਜਲਸਾ ਆਜ਼ਾਦੀ ਨਾਲ ਤੇ ਮਜ਼ਦੂਰਾਂ ਦੀ ਮਰਜ਼ੀ ਨਾਲ ਹੋ ਰਿਹਾ ਸੀ। ਕੋਈ ਰੋਕ ਟੋਕ ਤੇ ਡਰ ਖੌਫ ਨਹੀਂ ਸੀ। ਫੈਕਟਰੀ ਦੇ ਗੇਟ ਸਾਹਮਣੇ ਇੱਕ ਖੁੱਲ੍ਹੀ ਥਾਂ ਉੱਤੇ ਮਿੱਟੀ ਦਾ ਥੜਾ ਬਣਾ ਕੇ ਉਹਨੂੰ ਸਟੇਜ ਦੀ ਥਾਂ ਵਰਤਣ ਲਈ ਤਿਆਰ ਕਰ ਲਿਆ ਹੋਇਆ ਸੀ। ਮੰਗਲ ਵਾਲੇ ਦਿਨ 4 ਵਜੇ ਦਾ ਵੇਲਾ ਮਿੱਥਿਆ ਹੋਇਆ ਸੀ, ਕਿਉਂ ਜੋ ਮਜ਼ਦੂਰਾਂ ਨੂੰ 4 ਵਜੇ ਛੁੱਟੀ ਹੋਣੀ ਸੀ ਤੇ ਨਾਲ ਹੀ ਜਲਸਾ ਗਾਹ ਵਿੱਚ ਆਉਣਾ ਮਜ਼ਦੂਰਾਂ ਲਈ ਸੌਖਾ ਸੀ। ਆਸੇ-ਪਾਸੇ ਦੀਆਂ ਫੈਕਟਰੀਆਂ ਦੇ ਮਜ਼ਦੂਰਾਂ ਨੂੰ ਵੀ ਸੱਦਾ ਦਿੱਤਾ ਹੋਇਆ ਸੀ। ਦੂਰ-ਦੂਰ ਤੀਕਰ ਇਸ਼ਤਿਹਾਰ ਵੀ ਛਪਵਾ ਕੇ ਲਾਏ ਹੋਏ ਸਨ। ਮੰਗਲ ਨੂੰ 4 ਵਜੇ ਛੁੱਟੀ ਹੋਈ ਤਾਂ ਮਜ਼ਦੂਰ ਜੋਸ਼ ਨਾਲ ਨਾਅਰੇ ਮਾਰਦੇ ਹੋਏ ਜਲਸੇ ਵਾਲੀ ਥਾਂ ਉੱਤੇ ਆ ਰਹੇ ਸਨ। ਬੜੇ ਜੋਸ਼ੀਲੇ ਨਾਅਰੇ ਲੱਗਦੇ ਪਏ ਸਨ। ਸਰਮਾਏਦਾਰੀ ਦੇ ਖਿਲਾਫ ਮਜ਼ਦੂਰਾਂ ਨੂੰ ਇਕਮੁੱਠ ਹੋਵਣ ਵਾਲੇ ਨਾਅਰੇ ਤੇ ਜਿਹੜਾ ਵਾਵੇ ਉਹੀ ਖਾਵੇ ਵਰਗੇ ਨਾਅਰੇ ਵੀ ਮੁੜ-ਮੁੜ ਲੱਗਦੇ ਸਨ। ਜਲਸੇ ਦੀ ਥਾਂ ਉੱਤੇ ਪਹਿਲੇ ਤੋਂ ਆਏ ਮਜ਼ਦੂਰ ਵੀ ਜਵਾਬ ਵਿੱਚ ਓਨੀ ਹੀ ਉੱਚੀ ਆਵਾਜ਼ ਵਿੱਚ ਜੋਸ਼ ਜਜ਼ਬੇ ਨਾਲ ਜੀ ਆਇਆਂ ਨੂੰ ਆਖਦੇ ਸਨ। ਇਹ ਸਭ ਕੁਝ ਦਿਲ ਵਿੱਚ ਖੁੱਭ ਜਾਂਦਾ ਸੀ। ਇਨਕਲਾਬ ਜ਼ਿੰਦਾਬਾਦ ਤੇ ਸਾਰਾ ਜਹਾਨ ਸਾਡਾ ਹੈ ਬੜੇ ਮਨ ਖਿੱਚਵੇਂ ਨਾਅਰੇ ਸਨ। ਹਰ ਆਉਣ ਵਾਲੀ ਮਜ਼ਦੂਰ ਟੋਲੀ ਕੋਲ ਲਾਲ ਝੰਡਾ ਹੁੰਦਾ ਸੀ। ਏਸ਼ੀਆ ਸੁਰਖੇ ਆਖਦੇ ਨਾਅਰੇ ਮਾਰਦੇ ਜਲਸੇ ਗਾਹ ਵਿੱਚ ਆਉਂਦੇ ਸਨ, ਜਿਵੇਂ ਕਿਸੇ ਰਿਆਸਤ ਨੂੰ ਫਤਿਹ ਕਰਨ ਲਈ ਫੌਜਾਂ ਇਕੱਠੀਆਂ ਹੋ ਰਹੀਆਂ ਹੋਵਣ। ਇੰਝ ਹੀ ਮਜ਼ਦੂਰਾਂ ਦੀ ਚੜਤਲ ਮਾਲੂਮ ਹੁੰਦੀ ਸੀ। ਮੈਂ ਸਟੇਜ ਤਿਆਰ ਕਰਨ ਵਾਲਿਆਂ ਦੇ ਨਾਲ ਸਾਂ। ਇਹ ਸਾਰਾ ਕੁਝ ਵੇਖ ਕੇ ਮੈਨੂੰ ਬੜਾ ਸਵਾਦ ਤੇ ਮਜ਼ਾ ਪਿਆ ਆਉਂਦਾ ਸੀ। ਇੰਝ ਲੱਗਦਾ ਸੀ ਕਿ ਹੁਣ ਇਨਕਲਾਬ ਆਇਆ ਕਿ ਆਇਆ। ਬਸ ਤੰਗੀ ਦੇ ਦਿਨ ਮੁੱਕਣ ਹੀ ਵਾਲੇ ਨੇ। ਸਾਰੇ ਇਨਸਾਨ ਖੁਸ਼ੀਆਂ ਭਰਿਆ ਜੀਵਨ ਹੰਢਾਵਣ ਹੀ ਵਾਲੇ ਨੇ। ਇਹ ਦੁਨੀਆ ਸੁਖੀ ਵਸਣੀ ਵਾਲੀ ਏ। ਜਲਸੇ ਵਿੱਚ ਮਜ਼ਦੂਰ ਟੋਲੀਆਂ ਤੇ ਜੱਥੇ ਬਣ ਕੇ ਆ ਰਹੇ ਸਨ। ਬਹੁਤ ਮਜ਼ਦੂਰ ਸਨ ਉਸ ਜਲਸੇ ਵਿੱਚ। ਜਲਸੇ ਦਾ ਇੱਕ ਆਗੂ ਰੋਂਦੂ ਸੀ ਤੇ ਬੜੀ ਉੱਚੀ ਤੇ ਜੋਸ਼ੀਲੇ ਨਾਅਰੇ ਲਵਾ ਰਿਹਾ ਸੀ। ਮੈਨੂੰ ਬੜੀ ਹੈਰਾਨੀ ਹੋਈ, ਕਿੱਥੇ ਰੋਂਦੂ ਤੇ ਕਿੱਥੇ ਮਜ਼ਦੂਰਾਂ ਦੀ ਅਗਵਾਈ। ਮੈਂ ਹੈਰਾਨੀ ਤੇ ਖੁਸ਼ੀ ਤੇ ਰਲੇ ਮਿਲੇ ਜਜ਼ਬਾਤ ਨਾਲ ਰੋਂਦੂ ਨੂੰ ਅੱਗੇ ਵੱਧ ਕੇ ਮਿਲਿਆ। ਉਸ ਵੀ ਘੁੱਟ ਜੱਫੀ ਪਾਈ, ਫੇਰ ਨਾਅਰੇ ਮਾਰਨ ਲੱਗ ਪਿਆ। ਜਲਸੇ ਦੀ ਕਾਰਵਾਈ ਸ਼ੁਰੂ ਹੋਈ। ਮਜ਼ਦੂਰ ਰਹਿਨੁਮਾ ਤੇ ਆਗੂ ਵਾਰੀ-ਵਾਰੀ ਆ ਕੇ ਉਰਦੂ ਵਿੱਚ ਤਕਰੀਰਾਂ ਕਰਦੇ, ਸਰਮਾਏਦਾਰਾਂ ਤੇ ਜਗੀਰਦਾਰਾਂ ਨੂੰ ਰੱਜ ਕੇ ਗਾਲਾਂ ਕੱਢਦੇ ਸਨ। ਜਵਾਬ ਵਿੱਚ ਮਜ਼ਦੂਰ ਇਨਕਲਾਬ ਦੇ ਨਾਅਰੇ ਲਾਉਂਦੇ ਬੜੇ ਮਾਸੂਮ ਤੇ ਭਲੇ ਲੱਗਦੇ ਸਨ। ਮਜ਼ਦੂਰ ਤਕਰੀਰ ਸੁਣ ਕੇ ਸਮਝਦੇ ਘੱਟ ਸਨ, ਪਰ ਨਾਅਰੇ ਮਾਰਨ ਦੇ ਸ਼ੌਂਕ ਵਿੱਚ ਇੱਕ ਦੂਜੇ ਤੋਂ ਵੱਧ ਕੇ ਸ਼ੌਂਕ ਵਿਖਾਉਂਦੇ ਜਾਪਦੇ ਸਨ। ਇੰਝ ਜਿਵੇਂ ਮਜ਼ਦੂਰਾਂ ਦੇ ਸੀਨਿਆਂ ਵਿੱਚ ਜ਼ਬਾਨ ਰਾਹੀਂ ਨਫ਼ਰਤਾਂ ਦੇ ਹੜ੍ਹ ਚੜ੍ਹੇ ਹੋਏ ਸਨ। ਤਕਰੀਰਾਂ ਮਗਰੋਂ ਸਟੇਜ ਸੈਕਟਰੀ ਮੈਨੂੰ ਨਜ਼ਮ ਸੁਣਾਉਣ ਲਈ ਆਵਾਜ਼ ਦਿੱਤੀ। ਮੈਨੂੰ ਚੇਤਾ ਵੀ ਨਹੀਂ ਸੀ, ਨਾ ਹੀ ਮੈਂ ਕੋਈ ਤਿਆਰੀ ਕੀਤੀ ਹੋਈ ਸੀ, ਨਾ ਹੀ ਮੈਂ ਨਜ਼ਮ ਕਿਸੇ ਨੂੰ ਸੁਣਾਈ ਸੀ। ਇੱਕ ਅੱਧਾ ਸ਼ੇਅਰ ਜਾਂ ਕੱਚੀ ਪੱਕੀ ਨਜ਼ਮ ਇਕੱਲੇ ਦੁਕੱਲੇ ਮਜ਼ਦੂਰ ਨੂੰ ਸੁਣਾ ਛੱਡੀ ਤੇ ਬਸ। ਪਰ ਸਟੇਜ ਸੈਕਟਰੀ ਨੇ ਮੈਨੂੰ ਇੰਝ ਬੁਲਾਇਆ ਜਿਵੇਂ ਬਹੁਤ ਹੀ ਵਧੀਆ ਸ਼ਾਇਰ ਹੁੰਨਾ ਵਾਂ। ਸੈਕਟਰੀ ਇਮਦਾਦ ਅਲੀ ਮੈਥੋਂ ਕੋਈ ਸ਼ੇਅਰ ਸੁਣਿਆ ਵੀ ਨਹੀਂ ਸੀ ਹੋਇਆ। ਮੈਂ ਦਿਲ ਵਿੱਚ ਇਮਦਾਦ ਅਲੀ ਨੂੰ ਮੰਦਾ ਭੈੜਾ ਵੀ ਆਖਿਆ, ਪਰ ਇੰਨੇ ਮਜ਼ਦੂਰਾਂ ਦੇ ਸਾਹਮਣੇ ਮੈਂ ਬੋਲਾਂ ਤੇ ਕੀ ਬੋਲਾਂ। ਉਂਝ ਵੀ ਕਦੇ ਮੈਂ ਕਿਸੇ ਸਟੇਜ ਉੱਤੇ ਜਾਂ ਬਹੁਤ ਸਾਰੇ ਲੋਕਾਂ ਸਾਹਮਣੇ ਕਦੀ ਨਹੀਂ ਸਾਂ ਬੋਲਿਆ, ਪਰ ਇੱਥੇ ਤੇ ਆਦਮ ਹੀ ਆਦਮ ਸੀ। ਸਾਰੇ ਲੋਕ ਮੈਨੂੰ ਵੇਖ ਰਹੇ ਸਨ ਤੇ ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਗਲਾ ਸੁੱਕ ਰਿਹਾ ਸੀ, ਥੁੱਕ ਵੀ ਲੰਘਾਵਣ ਤੇ ਨਹੀਂ ਸੀ ਲੰਘ ਰਿਹਾ। ਮੈਂ ਡਰਦਾ ਮਾਈਕ ਸਾਹਮਣੇ ਖਲੋ ਤਾਂ ਗਿਆ, ਪਰ ਨਜ਼ਮ ਜਾਂ ਕੋਈ ਸ਼ੇਅਰ ਮੇਰੇ ਜ਼ਿਹਨ ਵਿੱਚੋਂ ਹੀ ਨਿਕਲ ਗਿਆ। ਮੈਨੂੰ ਕੱਖ ਯਾਦ ਨਾ ਆਇਆ। ਬਿਲਕੁਲ ਡੌਰ ਭੌਰ ਹੋ ਗਿਆ। ਰੋਂਦੂ ਮੇਰੀ ਹਾਲਤ ਨੂੰ ਤਾੜ ਗਿਆ। ਉਹ ਝੱਟ ਕਰਕੇ ਮੇਰੇ ਕੋਲ ਆਇਆ। ਉਸ ਆਮਦੇ ਹੀ ਆਖਿਆ, ਖਲੋ ਜਾ ਬਈ, ਨਜ਼ਮ ਤੋਂ ਪਹਿਲਾਂ ਸਾਨੂੰ ਉਹ ਲਤੀਫਾ ਸੁਣਾਓ ਜਿਹਦੇ ਵਿੱਚ ਇੱਕ ਚੀਨੀ ਚਿੜੀ ਚੀਨ ਦੇ ਇਨਕਲਾਬ ਕੋਲੋਂ ਡਰਦੀ ਇੱਧਰ ਆ ਜਾਂਦੀ ਏ ਤੇ ਇੱਧਰ ਦੇ ਸਰਮਾਏਦਾਰ ਚਿੜੇ ਦੇ ਢਏ ਚੜ੍ਹ ਜਾਂਦੀ ਏ। ਫੇਰ ਰੋਂਦੂ ਨਾਅਰੇ ਮਾਰਦੇ ਮਜ਼ਦੂਰਾਂ ਨੂੰ ਚੁੱਪ ਕਰਾਉਣ ਲਈ ਆਖਿਆ, ਸੁਣ ਕੇ ਜਰਾ ਗੱਲ ਗੌਰ ਕਰਨ ਵਾਲੀ ਏ। ਇੰਨੀ ਗੱਲ ਕਰਕੇ ਰੋਂਦੂ ਤਾਂ ਇੱਕ ਪਾਸੇ ਹਟ ਗਿਆ। ਇੰਨੀ ਦੇਰ ਵਿੱਚ ਮੈਂ ਸੰਭਲ ਗਿਆ ਸਾਂ। ਮੈਂ ਚੀਨੀ ਚਿੜੀ ਵਾਲਾ ਲਤੀਫਾ ਸੁਣਾਇਆ ਤੇ ਮਜ਼ਦੂਰ ਬਹੁਤ ਹੱਸੇ, ਸਗੋਂ ਹੱਸ ਕੇ ਦੂਰੇ ਪਏ ਹੁੰਦੇ ਸਨ। ਮੈਨੂੰ ਨਜ਼ਮ ਵੀ ਯਾਦ ਆ ਗਈ। ਮੇਰਾ ਹੌਸਲਾ ਵੱਧ ਗਿਆ ਸੀ। ਨਜ਼ਮ ਭਾਵੇਂ ਕੱਚੀ ਤੇ ਬੇਵਜ਼ਨੀ ਸੀ, ਪਰ ਮੈਂ ਪੂਰੇ ਜੋਸ਼ ਤੇ ਗੁੱਸੇ ਨਾਲ ਯਰਕ ਕੇ ਆਖਿਆ,
ਸਰਮਾਏਦਾਰਾ ਨਿੱਤ ਨਵੇਂ ਜ਼ੁਲਮ ਤੂੰ ਕਰਨਾ ਏ, ਹੱਕ ਮਾਰ ਕੇ ਅਸਾਡਾ ਤੂੰ ਬੋਝੇ ਭਰਨਾ ਏ, ਪਰ ਯਾਦ ਰੱਖੀ ਤੂੰ ਅਸਾਡਾ ਲਹੂ ਪੀਨਾ ਏ, ਅਸਾਨੂੰ ਮਾਰ ਕੇ ਆਪ ਤੂੰ ਜੀਨਾ ਏ, ਅਸਾਂ ਤੇਰਾ ਖੂਨ ਨਚੋੜਾਂਗੇ, ਤੇਰਾ ਕੀਤਾ ਤੈਨੂੰ ਮੋੜਾਂਗੇ। ਇਸ ਵਿੰਗੀ ਚਿੱਬੀ ਤੇ ਬੇਵਜ਼ਨ ਨਜ਼ਮ ਉੱਤੇ ਮਜ਼ਦੂਰਾਂ ਉਹ ਨਾਅਰੇ ਮਾਰੇ ਕਿ ਮੈਨੂੰ ਤਾਂ ਜ਼ਮੀਨ ਅਸਮਾਨ ਘੁੰਮਦਾ ਨਜ਼ਰ ਆਇਆ। ਰੋਂਦੂ ਇਨਕਲਾਬੀ ਨਾਅਰੇ ਲਵਾ ਲਵਾ ਕੇ ਜਲਸੇ ਨੂੰ ਗਰਮਾ ਦਿੱਤਾ। ਮੇਰੀ ਤਾਰੀਫ ਵਿੱਚ ਵੀ ਰੋਂਦੂ ਬਹੁਤ ਨਾਅਰੇ ਲਵਾਏ, ਕਾਮਰੇਡ ਗੋਗੀ ਜਿੰਦਾਬਾਦ, ਮਜ਼ਦੂਰ ਸ਼ਾਇਰ ਜ਼ਿੰਦਾਬਾਦ, ਪਤਾ ਨਹੀਂ ਹੋਰ ਕੀ ਕੀ ਉਸ ਮੇਰੀ ਤਾਰੀਫ ਵਿੱਚ ਆਖਿਆ। ਮੈਂ ਰੋਂਦੂ ਦੇ ਇਸ ਰਵੱਈਏ ਪਾਰੋਂ ਆਪ ਹੀ ਆਪ ਅੰਦਰੋਂ ਸ਼ਰਮਿੰਦਾ ਹੋ ਰਿਹਾ ਸਾਂ, ਪਰ ਰੋਂਦੂ ਨਾਲ ਹੁਣ ਯਾਰੀ ਪੱਕੀ ਕਰਨ ਨੂੰ ਜੀ ਵੀ ਕਰਦਾ ਸੀ। ਮਜ਼ਦੂਰ ਵੀ ਮੇਰੇ ਇੱਕ ਇੱਕ ਸ਼ੇਅਰ ਨੂੰ 4-4 ਵਾਰ ਸੁਣਿਆ ਤੇ ਤਾੜੀਆਂ ਮਾਰ ਮਾਰ ਕੇ ਮੈਨੂੰ ਅਸਮਾਨ ਉੱਤੇ ਚੜ੍ਹਾ ਦਿੱਤਾ। ਸਾਡੀ ਯੂਨੀਅਨ ਦੇ ਸਦਰ ਆ ਕੇ ਮੇਰੇ ਹੱਕ ਵਿੱਚ ਨਾਅਰੇ ਲਵਾਏ। ਇਹ ਸਭ ਕੁਝ ਮੇਰੇ ਲਈ ਬਹੁਤ ਹੀ ਅਨੋਖਾ ਤੇ ਹੈਰਾਨ ਕਰਨ ਵਾਲਾ ਸੀ। ਮੈਂ ਤੇ ਇੰਝ ਜਿਵੇਂ ਹਵਾ ਵਿੱਚ ਉੱਡ ਰਿਹਾ ਹੋਵਾਂ। ਮੈਂ ਸੱਚਮੁੱਚ ਆਪਣੇ ਆਪ ਨੂੰ ਮਜ਼ਦੂਰ ਲੀਡਰ ਸਮਝਣ ਲੱਗ ਪਿਆ ਸਾਂ। ਕਿਸੇ ਵੀ ਮਜ਼ਦੂਰ ਲੀਡਰ ਨੂੰ ਮਜ਼ਦੂਰ ਇੰਨਾ ਪਸੰਦ ਨਹੀਂ ਸੀ ਕੀਤਾ ਜਿੰਨਾ ਮੈਨੂੰ। ਜਲਸਾ ਮੁੱਕਣ ਤੀਕਰ ਮੇਰਾ ਸਰੂਰ ਨਹੀਂ ਸੀ ਘਟਿਆ। ਦੂਜੇ ਹੀ ਦਿਨ ਯੂਨੀਅਨ ਦੇ ਸਦਰ ਮੈਨੂੰ ਸੈਕਸ਼ਨ ਮੈਂਬਰ ਬਣਾ ਦਿੱਤਾ। ਲੈ ਅੰਨਾ ਕੀ ਭਾਲੇ 2 ਅੱਖਾਂ। ਮੈਂ ਤੇ ਪਹਿਲੇ ਹੀ ਆਪਣੇ ਆਪ ਨੂੰ ਮਜ਼ਦੂਰ ਲੀਡਰ ਸਮਝ ਰਿਹਾ ਸਾਂ, ਉੱਤੋਂ ਯੂਨੀਅਨ ਦਾ ਸੈਕਸ਼ਨ ਮੈਂਬਰ ਮਿੱਥਿਆ ਗਿਆ। ਝੱਟ ਤਿਆਰੀ ਫੜੀ ਤੇ ਸੈਕਸ਼ਨ ਇੰਚਾਰਜ ਨਾਲ ਇੱਟ ਖੜਿੱਕਾ ਸ਼ੁਰੂ ਕਰ ਦਿੱਤਾ। ਮਜ਼ਦੂਰ ਸੁਣ ਕੇ ਆ ਕੇ ਮੇਰੀ ਨਜ਼ਮ ਦੀ ਤਾਰੀਫ ਕੀਤੀ ਜਾਂਦੇ ਸਨ। ਜਿਹੜੇ ਮਜ਼ਦੂਰ ਜਲਸੇ ਵਿੱਚ ਨਹੀਂ ਸਨ ਆਏ, ਉਹ ਸੁਣ ਮੇਰੇ ਕੋਲ ਆ ਕੇ ਸ਼ਾਬਾਸ਼ ਦੇ ਜਾਂਦੇ ਸਨ। ਇੰਨੀ ਸਾਰੀ ਤਾਰੀਫ ਜਿਸ ਬੰਦੇ ਦੀ ਹੋਵੇ, ਭਲਾ ਉਹ ਕਿਵੇਂ ਭੋਏ ਉੱਤੇ ਟਿਕ ਸਕਦਾ ਸੀ। ਹੁਣ ਮੇਰੀ ਹਰ ਵੇਲੇ ਤੇ ਹਰ ਗੱਲ ਉੱਤੇ ਸੈਕਸ਼ਨ ਇੰਚਾਰਜ ਨਾਲ ਝੜਪ ਤੇ ਬਹਿਸ। ਉਹ ਬਥੇਰਾ ਆਖਦਾ ਕਿ ਗੋਗੀ ਜੀ ਮੈਂ ਵੀ ਤੁਹਾਡੇ ਵਾਂਗ ਮੁਲਾਜ਼ਮ ਹਾਂ, ਪਰ ਮੈਂ ਕਿੱਥੇ ਸੁਣਾ। ਮੈਂ ਤਾਂ ਆਖਦਾ ਨਾ, ਤੂੰ ਹੀ ਤੇ ਸਰਮਾਏਦਾਰੀ ਦੀ ਪਹਿਲੀ ਪੌੜੀ ਏ। ਸਾਡਾ ਇਤਿਹਾਸਾਲ ਤੇਰੇ ਜ਼ਰੀਏ ਹੀ ਹੁੰਦਾ ਏ। ਮੈਂ ਤੈਨੂੰ ਛੱਡਣਾ ਨਹੀਂ। ਮੇਰੀ ਦਾੜ ਹੇਠਾਂ ਪਹਿਲਾ ਸ਼ਿਕਾਰ ਸੀ ਉਹ। ਮੈਂ ਹਰ ਨਵਾਂ ਲਫ਼ਜ਼ ਇੰਚਾਰਜ ਉੱਤੇ ਹੀ ਇਸਤੇਮਾਲ ਕੀਤਾ। ਮੇਰੇ ਤੰਗ ਕਰਨ ਉੱਤੇ ਸੈਕਸ਼ਨ ਇੰਚਾਰਜ ਦੂਜੇ ਮਜ਼ਦੂਰਾਂ ਨਾਲ ਤੇ ਨਰਮ ਪੈ ਗਿਆ ਸੀ, ਪਰ ਮੇਰੇ ਖਿਲਾਫ ਹੋ ਗਿਆ। ਦੂਜੇ ਮਜ਼ਦੂਰਾਂ ਦੀ ਗੱਲ ਗੌਰ ਨਾਲ ਸੁਣਦਾ, ਉਹਨਾਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਉਹਨਾਂ ਦੀ ਮਦਦ ਕਰਦਾ ਤੇ ਉਹਨਾਂ ਨਾਲ ਦੋਸਤੀ ਗੰਢਣ ਦਾ ਯਤਨ ਕਰਦਾ। ਮੇਰੇ ਸਾਥੀ ਮੇਰੀ ਤਾਰੀਫ ਕਰਨ ਵਾਲੇ ਸੈਕਸ਼ਨ ਇੰਚਾਰਜ ਦੇ ਸੱਜਣ ਤੇ ਚੰਗੇ ਮਜ਼ਦੂਰ ਹੋ ਗਏ। ਇੰਚਾਰਜ ਦੀ ਸਿਫਾਰਿਸ਼ ਨਾਲ ਤਰੱਕੀ ਕਰ ਗਏ। ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਹੋ ਗਿਆ, ਪਰ ਮੇਰੀ ਤਨਖਾਹ 72 ਰੁਪਏ ਸੀ। 72 ਹੀ ਰਹੀ। ਮੈਂ ਬਦਤਮੀਜ਼ ਤੇ ਨਾਪਸੰਦੀਦਾ ਮਜ਼ਦੂਰ ਹੋ ਗਿਆ। ਇੰਚਾਰਜ ਮੇਰੇ ਵੱਲੋਂ ਅੱਖਾਂ ਫੇਰ ਲਈਆਂ ਤੇ ਮੇਰੀ ਡਿਊਟੀ ਬਦਲ ਕੇ ਸ਼ਿਫਟਾਂ ਵਿੱਚ ਘੱਲ ਦਿੱਤਾ। ਬਦਲੇ ਵਿੱਚ ਮੈਂ ਹੋਰ ਵੀ ਤਲਖ ਹੋ ਗਿਆ ਤੇ ਆਪਣੀ ਯੂਨੀਅਨ ਉੱਤੇ ਵੀ ਤਨਕੀਦ ਕਰਨ ਲੱਗ ਪਿਆ। ਮੇਰੇ ਖਿਆਲ ਵਿੱਚ ਯੂਨੀਅਨ ਦਾ ਸਦਰ ਮਜ਼ਦੂਰ ਦੋਸਤ ਨਹੀਂ ਸੀ। ਉਹ ਨਿਰਾ ਆਪਣੇ ਆਪ ਨੂੰ ਹੀ ਚੰਗਾ ਸਮਝਦਾ ਸੀ, ਆਪਣੇ ਮਤਲਬ ਤੇ ਲਾਭ ਵਾਸਤੇ ਹੀ ਕੁਝ ਕਰਦਾ। ਉਹਦੇ ਅਮਲ ਵਿੱਚ ਮਜ਼ਦੂਰਾਂ ਦਾ ਕੋਈ ਭਲਾ ਨਹੀਂ ਹੁੰਦਾ। ਮੇਰਾ ਇਹ ਵੀ ਆਖਣਾ ਸੀ ਕਿ ਸਾਡਾ ਸਦਰ ਮਿਲ ਇੰਤਜ਼ਾਮੀਆਂ ਕੋਲੋਂ ਜ਼ਾਤੀ ਫਾਇਦੇ ਵੀ ਲੈਂਦਾ ਏ ਤੇ ਮਜ਼ਦੂਰਾਂ ਦੀ ਤਕਲੀਫ ਦੂਰ ਨਹੀਂ ਕਰਵਾਉਂਦਾ, ਸਗੋਂ ਮਜ਼ਦੂਰਾਂ ਦਾ ਚੰਦਾ ਵੀ ਖਾਈ ਜਾਂਦਾ ਏ। ਮੇਰੀ ਤਨਕੀਦ ਪਾਰੋਂ ਸਦਰ ਮੈਨੂੰ ਸੈਕਸ਼ਨ ਮੈਂਬਰੀ ਤੋਂ ਹਟਾ ਦਿੱਤਾ। ਸੈਕਸ਼ਨ ਇੰਚਾਰਜ ਨੂੰ ਮੌਕਾ ਮਿਲ ਗਿਆ। ਉਸ ਮੇਰਾ ਖਾਤਾ ਹੀ ਬਦਲ ਕੇ ਨਵਾਂ ਦੇ ਦਿੱਤਾ। ਕਿਸੇ ਮਜ਼ਦੂਰ ਮੇਰੇ ਨਾਲ ਝੂਠੀ ਹਮਦਰਦੀ ਵੀ ਨਾ ਜਤਲਾਈ, ਸਗੋਂ ਬੁੱਲਾਂ ਵਿੱਚ ਮਰਕੁੰਦੇ ਜਾਪਦੇ ਸਨ। ਯੂਨੀਅਨ ਵੱਲੋਂ ਮਿਲ ਇੰਤਜ਼ਾਮੀਆਂ ਨਾਲ ਇੱਕ ਵਾਰ ਫੇਰ ਫੱਡਾ ਚੱਲ ਰਿਹਾ ਸੀ। ਹੜਤਾਲ ਦਾ ਨੋਟਿਸ ਵੀ ਦਿੱਤਾ ਹੋਇਆ ਸੀ। ਗੱਲਬਾਤ ਵੀ ਚੱਲਦੀ ਜਾਂਦੀ ਸੀ। ਮਜ਼ਦੂਰ ਅੰਤ ਇਕੱਠੇ ਹੋ ਕੇ ਇੰਤਜ਼ਾਮੀਆਂ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਸਨ। ਕਦੀ ਕੌਮੀ ਤੇ ਸੂਬਾਈ ਅਸੈਂਬਲੀ ਦੇ ਜਿੱਤੇ ਹੋਏ ਮੈਂਬਰਾਂ ਨੂੰ ਬੁਲਾ ਕੇ ਆਪਣੇ ਨਾਲ ਖੜਾ ਕਰ ਲੈਂਦੇ ਸਨ। ਇਹ ਮੈਂਬਰ ਜਿਨ੍ਹਾਂ ਨੂੰ ਹਕੂਮਤ ਨਹੀਂ ਸੀ ਮਿਲ ਰਹੀ, ਉਸ ਵੇਲੇ ਵੀ ਫੌਜੀ ਹਕੂਮਤ ਦੇ ਖਿਲਾਫ ਬਹੁਤ ਬੋਲਦੇ ਸਨ। ਆਪਣੀਆਂ ਤਕਰੀਰਾਂ ਵਿੱਚ ਮਜ਼ਦੂਰਾਂ ਨੂੰ ਆਸ ਦਿਵਾਉਂਦੇ ਕਿ ਸਾਡੀ ਹਕੂਮਤ ਆ ਗਈ ਤਾਂ ਅਸੀਂ ਸਰਮਾਏਦਾਰਾਂ ਨਾਲ ਨਿਪੜ ਲਵਾਂਗੇ, ਫੇਰ ਵੇਖਣਾ ਅਸਾਂ ਇਹਨਾਂ ਜ਼ਾਲਮਾਂ ਦੇ ਨਾਲ ਕੀ ਕਰਨੇ ਆ। ਮਜ਼ਦੂਰਾਂ ਦੇ ਖੂਨ ਪਸੀਨੇ ਦੀ ਕਮਾਈ ਖਾਵਣ ਵਾਲਿਆਂ ਕੋਲੋਂ ਇੱਕ ਪਾਈ ਦਾ ਹਿਸਾਬ ਲੈ ਕੇ ਤੁਹਾਡੇ ਸਾਹਮਣੇ ਲਿਆ ਰੱਖਾਂਗੇ। ਬਸ ਉਡੀਕ ਰੱਖੋ, ਜਦ ਵੀ ਅਵਾਮੀ ਨੁਮਾਇੰਦਿਆਂ ਨੂੰ ਹਕੂਮਤ ਮਿਲੀ ਤਾਂ ਸਮਝੋ ਮਜ਼ਦੂਰਾਂ ਦੇ ਦੁੱਖ ਦੂਰ ਹੋ ਗਏ। ਤਕਰੀਰਾਂ ਸੁਣ ਕੇ ਮਜ਼ਦੂਰ ਹੋਰ ਵੀ ਜੋਸ਼ ਵਿੱਚ ਆ ਗਏ। ਹੜਤਾਲ ਦੇ ਨੋਟਿਸ ਦੇ ਦਿਨ ਮੁੱਕਣ ਵਾਲੇ ਸਨ। ਅਸੀਂ ਹੜਤਾਲ ਕਰਨ ਲਈ ਤਿਆਰੀ ਕਰਨ ਲੱਗ ਪਏ। ਠੀਕ ਉਸੇ ਦਿਨ ਜਿਸ ਦਿਨ ਹੜਤਾਲ ਨੋਟਿਸ ਦੀ ਤਾਰੀਖ ਖਤਮ ਹੋਈ,
ਇੱਕ ਦਿਨ ਪਹਿਲੇ ਜੰਗ ਛਿੜ ਪਈ। ਸਾਨੂੰ ਕੁਝ ਸਮਝ ਨਾ ਆਵੇ ਕਿ ਹੜਤਾਲ ਕਰੀਏ ਕਿ ਨੋਟਿਸ ਵਾਪਸ ਲੈ ਲਈਏ। ਨੋਟਿਸ ਦੇ ਵਾਪਸ ਹੋਣ ਦੀ ਤਾਰੀਖ ਮੁੱਕ ਗਈ ਸੀ। ਹੜਤਾਲ ਕਰੀਏ ਤਾਂ ਬਹੁਤ ਬੁਰਾ ਜਾਪਦਾ ਸੀ ਕਿ ਜੰਗ ਛਿੜੀ ਹੋਵੇ ਤੇ ਮਜ਼ਦੂਰ ਹੜਤਾਲ ਕਰਨ। ਪਰ ਬੇਵਕੂਫ ਯੂਨੀਅਨ ਦੇ ਬੇਵਕੂਫ ਵਕੀਲ ਦਾ ਆਖਣਾ ਸੀ ਕਿ ਜੇ ਤੁਸਾਂ ਹੁਣ ਹੜਤਾਲ ਨਾ ਕੀਤੀ ਤੇ ਫੇਰ ਕਦੇ ਨਹੀਂ ਕਰ ਸਕਦੇ। ਖੁੰਝਿਆ ਵੇਲਾ ਹੱਥ ਨਾ ਆ ਸੀ। ਯੂਨੀਅਨ ਦੇ ਲੀਡਰਾਂ ਮਜ਼ਦੂਰਾਂ ਤੋਂ ਹੜਤਾਲ ਕਰਵਾ ਦਿੱਤੀ। ਜਦ ਹੜਤਾਲ ਕਰ ਰਹੇ ਮਜ਼ਦੂਰ ਵਾਪਸ ਬਹਿ ਗਏ, ਬਹੁਤ ਪੱਚੀ ਹੋਏ। ਕਾਨੂੰਨ ਦੀ ਲੋੜ ਤਾਂ ਪੂਰੀ ਹੋ ਗਈ, ਪਰ ਜਿਹੜਾ ਵੀ ਸਾਨੂੰ ਹੜਤਾਲ ਉੱਤੇ ਬੈਠਿਆਂ ਵੇਖਦਾ, ਉਹੀ ਫਿੱਟੇ ਮੂੰਹ ਆਖ ਕੇ ਮਜ਼ਦੂਰਾਂ ਦੀ ਬੇਇੱਜ਼ਤੀ ਕਰਦਾ। ਅਸਾਂ ਲੋਕਾਂ ਕੋਲੋਂ ਮੂੰਹ ਵੀ ਲੁਕਾਈਏ ਤੇ ਹੜਤਾਲ ਉੱਤੇ ਵੀ ਬੈਠੀਏ। ਸਾਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੀਏ। ਸਰਕਾਰ ਦਰਬਾਰ ਵੀ ਕੋਈ ਸਾਡੀ ਸੁਣਵਾਈ ਨਹੀਂ ਸੀ ਹੁੰਦੀ, ਉਲਟਾ ਪੱਚੀ ਹੋਣਾ ਪੈਂਦਾ ਸੀ। ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਰੱਜ ਕੇ ਯੂਨੀਅਨ ਨੂੰ ਬੁਰਾ ਭਲਾ ਆਖਿਆ ਕਿ ਇਹੀ ਦੁਸ਼ਮਣੀ ਏ ਮਜ਼ਦੂਰਾਂ ਤੇ ਮੁਲਕ ਦੇ ਨਾਲ। ਇਹ ਸਾਨੂੰ ਹਰ ਬੰਦੇ ਕੋਲੋਂ ਸ਼ਰਮਿੰਦਿਆਂ ਕਰਵਾ ਰਹੇ ਨੇ। ਯੂਨੀਅਨ ਵਾਲੇ ਕੀ ਜਵਾਬ ਦਿੰਦੇ? ਵਕੀਲ ਦੇ ਕਹਿਣ ਉੱਤੇ ਹੜਤਾਲ ਤਾਂ ਕਰਵਾ ਬੈਠੇ ਸਨ, ਬਹਾਨਾ ਕੋਈ ਲੱਭ ਨਹੀਂ ਸੀ ਰਿਹਾ। ਆਪਣੇ ਆਪ ਫੈਕਟਰੀ ਜਾਵਣ ਤੋਂ ਰਹੇ, ਇੱਕ ਦੂਜੇ ਕੋਲੋਂ ਖਿਜੇ ਖਿਜੇ ਰਹਿਣ ਲੱਗ ਪਏ। ਐਵੇਂ ਝੂਠੀਆਂ ਤਸੱਲੀਆਂ ਦੇ ਇੱਕ ਦੂਜੇ ਨੂੰ ਹੌਸਲਾ ਦਿੰਦੇ ਸਨ। ਆਖਰ 2 ਦਿਨਾਂ ਮਗਰੋਂ ਹੀ ਜ਼ਿਲ੍ਹਾ ਇੰਤਜ਼ਾਮੀਆ ਵਿੱਚ ਪੈ ਗਈ ਤੇ ਬਿਨਾਂ ਸ਼ਰਤ ਦੇ ਮਨਵਾ ਲਿਆ। ਅਸਾਂ ਹਥਿਆਰ ਸੁੱਟ ਦਿੱਤੇ, ਜਾ ਕੇ ਫੈਕਟਰੀ ਚਾਲੂ ਕਰ ਦਿੱਤੀ। ਕੰਮ ਤਾਂ ਸ਼ੁਰੂ ਹੋ ਗਿਆ, ਪਰ ਮਜ਼ਦੂਰ ਆਪਣੀ ਨਾਕਾਮੀ ਉੱਤੇ ਬਹੁਤ ਦੁਖੀ ਹੋਏ। ਕੁਝ ਦਿਨ ਤਾਂ ਚੁੱਪ ਰਹੇ ਤੇ ਫਿਰ ਹੌਲੀ ਹੌਲੀ ਜੰਗ ਦੀਆਂ ਖਬਰਾਂ ਉੱਤੇ ਤਬਸਰੇ ਕਰਦੇ ਹੋਏ ਆਪਣੀ ਨਾਕਾਮੀ ਨੂੰ ਭੁਲਾ ਕੇ ਮੁਲਕ ਦੀ ਕਾਮਯਾਬੀ ਲਈ ਦੁਆਵਾਂ ਮੰਗਣ ਲੱਗ ਪਏ। ਫਿਰ ਅਚਨਚੇਤ ਖਬਰ ਆਈ ਕਿ ਸਾਡੀਆਂ ਫੌਜਾਂ ਸਾਡੇ ਵਾਂਗਰ ਬਿਨਾਂ ਕਿਸੇ ਸ਼ਰਤ ਦੇ ਹਥਿਆਰ ਸੁੱਟ ਦਿੱਤੇ ਨੇ। ਹੁਣ ਬੰਗਾਲ ਵੱਖ ਹੋ ਗਿਆ ਏ। ਇਹ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਸੀ। ਜਿਵੇਂ ਮੁੱਲਾ ਦੀ ਦੌੜ ਮਸੀਤ ਤੀਕਰ ਹੁੰਦੀ ਏ, ਇੰਝ ਹੀ ਮੈਂ ਜਦੋਂ ਉਦਾਸ ਹੁੰਦਾ ਤਾਂ ਹੁਜਰੇ ਆ ਜਾਂਦਾ। ਹੋਰ ਕਿਧਰੇ ਦਿਲ ਨਹੀਂ ਸੀ ਪਰਚਦਾ। ਇੱਥੇ ਆ ਕੇ ਕੁਝ ਉਦਾਸੀ ਘਟ ਜਾਇਆ ਕਰਦੀ ਸੀ। ਮੈਂ ਕਈ ਦਿਨ ਇੱਥੋਂ ਦੀਆਂ ਸੁਣੀਆਂ ਗੱਲਾਂ ਉੱਤੇ ਗੌਰ ਕਰਦਾ ਰਹਿੰਦਾ ਸਾਂ। ਕੁਝ ਗੱਲਾਂ ਦੀ ਚੰਗੀ ਸਮਝ ਆ ਜਾਇਆ ਕਰਦੀ ਸੀ ਤੇ ਕੁਝ ਪੂਰੀ ਤਰ੍ਹਾਂ ਸਮਝ ਨਹੀਂ ਸਨ ਪੈਂਦੀਆਂ। ਹਰ ਵਾਰ ਕੋਈ ਨਾ ਕੋਈ ਨਵੀਂ ਗੱਲ ਸੁਣਨ ਨੂੰ ਮਿਲਦੀ ਸੀ। ਹਥਿਆਰ ਸੁੱਟਣ ਮਗਰੋਂ ਆਇਆ ਤਾਂ ਇੱਥੇ ਵੀ ਉਹੀ ਅਫਸੋਸ ਤੇ ਉਹੀ ਗੱਲਾਂ ਹੋ ਰਹੀਆਂ ਸਨ। ਇੱਥੋਂ ਮਾਲੂਮ ਹੋਇਆ ਕਿ ਬੰਗਾਲ ਨਾਲ ਸ਼ੁਰੂ ਤੋਂ ਹੀ ਜ਼ਿਆਦਤੀ ਹੁੰਦੀ ਰਹੀ ਏ। ਬਹੁਤ ਅੱਗ ਤਾਂ ਜ਼ੁਬਾਨ ਦੇ ਮਸਲੇ ਤੋਂ ਲੱਗੀ ਸੀ। ਬਾਅਦ ਵਿੱਚ ਭਾਵੇਂ ਉਹਨਾਂ ਦੀ ਜ਼ੁਬਾਨ ਨੂੰ ਮੰਨ ਲਿਆ ਗਿਆ ਸੀ, ਪਰ ਨਫ਼ਰਤ ਵਧਾ ਕੇ ਮੰਨਿਆ ਤਾਂ ਕੀ ਮੰਨਿਆ। ਆਪਣੀ ਜ਼ੁਬਾਨ ਦੀ ਅਹਿਮੀਅਤ ਬਾਰੇ ਮੈਨੂੰ ਪਤਾ ਲੱਗਾ ਕਿ ਜ਼ੁਬਾਨ ਹੀ ਬੰਦੇ ਦਾ ਅਸਲ ਹੁੰਦਾ ਏ। ਇਹ ਵੀ ਮਾਲੂਮ ਹੋਇਆ ਕਿ ਬੰਦੇ ਦੇ ਮੁੱਢਲੇ ਹੱਕਾਂ ਵਿੱਚੋਂ ਪਹਿਲਾ ਹੱਕ ਜ਼ੁਬਾਨ ਦਾ ਹੁੰਦਾ ਏ। ਪਰ ਮੇਰੇ ਮਨ ਵਿੱਚ ਸਵਾਲ ਪੈਦਾ ਹੋਇਆ ਕਿ ਪੰਜਾਬੀਆਂ ਨੂੰ ਇਹ ਮੁੱਢਲਾ ਹੱਕ ਕਿਉਂ ਨਹੀਂ ਮਿਲਿਆ, ਜਾਂ ਪੰਜਾਬੀ ਆਪ ਹੀ ਜ਼ੁਬਾਨ ਦਾ ਹੱਕ ਨਹੀਂ ਲੈਂਦੇ। ਜੇ ਆਪ ਨਹੀਂ ਲੈਂਦੇ ਤਾਂ ਕਿਉਂ ਨਹੀਂ ਲੈਂਦੇ? ਬੰਗਾਲ ਦੇ ਵੱਖ ਹੋਣ ਦਾ ਦੁੱਖ ਪਿੱਛੇ ਚਲਾ ਗਿਆ ਤੇ ਮੇਰੇ ਸੀਨੇ ਵਿੱਚ ਜ਼ੁਬਾਨ ਦਾ ਦੁੱਖ ਅੱਗੇ ਆ ਗਿਆ। ਇਹ ਸਵਾਲ ਪੁੱਛਣ ਨੂੰ ਮੇਰਾ ਜੀਅ ਤਾਂ ਬਹੁਤ ਕੀਤਾ, ਪਰ ਮਾਹੌਲ ਐਸਾ ਸੀ ਕਿ ਮੈਂ ਪੁੱਛ ਨਾ ਸਕਿਆ। ਮੈਂ ਹੁਜਰੇ ਵਿੱਚ ਆਉਂਦਾ ਜਾਂਦਾ ਰਿਹਾ, ਪਰ ਸਵਾਲ ਪੁੱਛਣ ਦੀ ਹਿੰਮਤ ਨਹੀਂ ਸੀ ਹੁੰਦੀ। ਮੈਂ ਤਾਂ ਸਿਰਫ ਸੁਣਦਾ ਸਾਂ। ਸਵਾਲ ਕਰਨ ਤੋਂ ਡਰਦਾ ਸਾਂ ਕਿ ਕਿਧਰੇ ਬੇਵਕੂਫੀ ਵਿੱਚ ਆਪਣਾ ਮੌਜੂ ਹੀ ਨਾ ਬਣਵਾ ਲਵਾਂ। ਮੈਨੂੰ ਯਾਦ ਆਇਆ ਕਿ ਇੱਕ ਵਾਰ ਉਸਤਾਦ ਜੀ ਨੇ ਗੱਲਾਂ ਕਰਦਿਆਂ ਹੋਇਆਂ ਆਖਿਆ ਸੀ ਕਿ ਬੰਦੇ ਨੂੰ ਆਪਣੀ ਪਛਾਣ ਕਰਨਾ ਬਹੁਤ ਮੁਸ਼ਕਲ ਹੁੰਦਾ ਏ। ਆਪਣਾ ਜੌਹਰ ਹੀ ਤਾਂ ਮਨੁੱਖ ਦਾ ਅਸਲ ਰੂਪ ਹੁੰਦਾ ਏ, ਪਰ ਆਪਣੀ ਸ਼ਨਾਖਤ ਅਤੇ ਆਪਣਾ ਆਪ ਜ਼ਾਹਰ ਹੋ ਜਾਵੇ ਤਾਂ ਫਿਰ ਹਯਾਤੀ ਕੁਝ ਸੁਖੀ ਹੋ ਜਾਂਦੀ ਏ। ਮੇਰੇ ਲਈ ਇਹ ਬਹੁਤ ਨਵੀਂ ਤੇ ਨਿਵੇਕਲੀ ਗੱਲ ਸੀ ਕਿ ਆਪਣੀ ਸ਼ਨਾਖਤ ਕੀ ਹੁੰਦੀ ਏ। ਉਹਨਾਂ ਫਿਰ ਗੱਲ ਕੀਤੀ ਕਿ ਬੰਦਾ ਗੌਰ ਕਰੇ ਤਾਂ ਪਤਾ ਲੱਗ ਜਾਂਦਾ ਏ ਕਿ ਮੈਂ ਕੌਣ ਆ। ਉਹਨਾਂ ਮੇਰੇ ਵੱਲ ਇਸ਼ਾਰਾ ਕਰਕੇ ਆਖਿਆ, ਸ਼ੇਖੂਪੁਰੀਏ ਵੱਲ ਹੀ ਵੇਖੋ। ਮੇਰਾ ਦਿਲ ਕਹਿੰਦਾ ਏ ਕਿ ਇਹਦੇ ਵਿੱਚ ਕਹਾਣੀ ਕਹਿਣ ਦੇ ਜੌਹਰ ਹੈਣ। ਉਹਨਾਂ ਆਖਿਆ ਤੇ ਦੂਜੇ ਬੰਦਿਆਂ ਨੂੰ ਸੀ ਗੱਲ ਮੇਰੀ ਹੋਈ ਸੀ। ਮੈਂ ਸੋਚਣ ਲੱਗ ਪਿਆ, ਭਲਾ ਮੈਨੂੰ ਕਹਾਣੀ ਦਾ ਕੀ ਪਤਾ ਹੋਵੇ। ਮੈਂ ਤਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਕਹਾਣੀ ਕਿੰਝ ਦੀ ਹੁੰਦੀ ਏ, ਕਿਉਂ ਹੁੰਦੀ ਏ ਤੇ ਕਿਵੇਂ ਕਹੀ ਜਾਂਦੀ ਏ। ਮੈਂ ਡਟ ਕੇ ਕਹਾਣੀ ਕਹਿਣ ਤੋਂ ਇਨਕਾਰ ਕਰਨਾ ਚਾਹੁੰਦਾ ਸਾਂ, ਪਰ ਕੁਝ ਅਦਬ ਪਾਰੋਂ ਤੇ ਕੁਝ ਲੋਕਾਂ ਦੀ ਮੌਜੂਦਗੀ ਪਾਰੋਂ ਚੁੱਪ ਹੀ ਰਿਹਾ। ਸ਼ਾਮ ਹੋਣ ਵਾਲੀ ਸੀ, ਕੁਝ ਲੋਕ ਚਲੇ ਗਏ। 1-2 ਅਜੇ ਜਿਹੜੇ ਬੈਠੇ ਸੀ, ਉਸਤਾਦ ਜੀ ਆਪ ਕਹਿ ਦਿੱਤਾ ਕਿ ਮੈਂ ਜ਼ਰਾ ਆਰਾਮ ਕਰਨਾ ਚਾਹੁੰਦਾ ਹਾਂ। ਬਾਕੀ ਦੇ ਬੰਦਿਆਂ ਨਾਲ ਮੈਂ ਵੀ ਉੱਠਿਆ ਤਾਂ ਉਹਨਾਂ ਮੈਨੂੰ ਆਖਿਆ, ਸ਼ੇਖੂਪੁਰੀਆ
ਤੂੰ ਜ਼ਰਾ ਮੈਨੂੰ ਚਾਹ ਲਿਆ ਦੇ, ਇੱਕ ਆਪਣੇ ਲਈ ਵੀ ਲੈ ਆਵੀਂ। ਮੈਂ 2 ਗਲਾਸ ਚਾਹ ਦੇ ਲੈ ਆਇਆ। ਪੀਣ ਲੱਗ ਪਏ। ਮੈਂ ਵੀ ਚਾਹ ਦਾ ਘੁੱਟ ਭਰਿਆ ਤਾਂ ਬੋਲੇ, ਮੈਂ ਐਵੇਂ ਤੁੱਕਾ ਨਹੀਂ ਲਾਇਆ, ਤੂੰ ਕਹਾਣੀ ਕਹਿ ਸਕਣਾ ਏ। ਤੇਰੇ ਅੰਦਰ ਇੱਕ ਗਵੈੜੀ ਬੰਦਾ ਬੈਠਾ ਹੋਇਆ ਏ। ਮੈਂ ਅਦਬ ਨਾਲ ਝਜਕਦਿਆਂ ਗੱਲ ਕੀਤੀ, ਪਰ ਮੈਂ ਤੇ ਕੁਝ ਨਹੀਂ ਜਾਣਦਾ। ਤੂੰ ਬਹੁਤ ਕੁਝ ਜਾਣਨਾ ਏ। ਤੈਨੂੰ ਪਹਿਲੇ ਆਪਣਾ ਆਪ ਪਛਾਣਨ ਦੀ ਲੋੜ ਏ। ਫਿਰ ਉਹਨਾਂ ਕਹਾਣੀਆਂ ਬਾਰੇ ਬਹੁਤ ਕੁਝ ਦੱਸਿਆ। ਆਮ ਕਹਾਣੀ ਤੇ ਫਿਲਮੀ ਕਹਾਣੀ ਵਿੱਚ ਕੀ ਫ਼ਰਕ ਹੁੰਦਾ ਏ, ਅਫਸਾਨੇ ਤੇ ਡਰਾਮੇ ਵਿੱਚ ਕੀ ਅਸਲੂਬ ਹੋਣੇ ਚਾਹੀਦੇ ਨੇ। ਉਹਨਾਂ ਦੀਆਂ ਗੱਲਾਂ ਦਿਲ ਨੂੰ ਲੱਗਦੀਆਂ ਸਨ। ਉਹ ਆਪ ਵੀ ਬੜੇ ਇਤਬਾਰ ਤੇ ਯਕੀਨ ਨਾਲ ਮੈਨੂੰ ਕਹਿ ਰਹੇ ਸਨ ਕਿ ਤੇਰੇ ਅੰਦਰ ਕਹਾਣੀਕਾਰ ਤੇ ਗਵੈੜੀ ਬੰਦਾ ਬੈਠਾ ਹੋਇਆ ਏ। ਪਰ ਮੈਂ ਸ਼ਾਇਰ ਸਾਂ ਤੇ ਸ਼ਾਇਰੀ ਕਰਨੀ ਚਾਹੁੰਦਾ ਸਾਂ। ਮੈਂ ਹੋਰ ਕੋਈ ਸਵਾਲ ਨਾ ਕੀਤਾ। ਉਂਝ ਮੈਂ ਦਿਲੋਂ ਆਪਣੇ ਆਪ ਨੂੰ ਕਹਾਣੀਕਾਰ ਮੰਨਣ ਲਈ ਤਿਆਰ ਨਹੀਂ ਸਾਂ। ਉਹਨਾਂ ਮੈਨੂੰ ਇੱਕ ਕਿਤਾਬ ਮੈਂ ਅਦੀਬ ਕੈਸੇ ਬਣਾ ਦੇ ਕੇ ਆਖਿਆ ਕਿ ਇਹਨੂੰ ਪੜ੍ਹ ਕੇ ਆਵੀਂ, ਫਿਰ ਇਹਦੇ ਬਾਰੇ ਗੱਲ ਕਰਾਂਗੇ। ਮੈਂ ਕਿਤਾਬ ਲੈ ਕੇ ਘਰ ਆ ਗਿਆ। ਸੋਚਿਆ ਕਿ ਮੈਨੂੰ ਅਦੀਬ ਬਣਨ ਦੀ ਕੀ ਲੋੜ ਏ, ਮੈਂ ਸ਼ਾਇਰ ਹਾਂ ਤੇ ਸ਼ਾਇਰ ਹੀ ਬਣਾਂਗਾ। ਉਹ ਕਿਤਾਬ ਕਈ ਦਿਨ ਮੈਂ ਨਾ ਪੜ੍ਹੀ, ਘਰ ਹੀ ਰੁਲਦੀ ਰਹੀ। ਆੜਤੀ ਦੇ ਆਖਣ ਮੁਜਬ ਮੈਨੂੰ ਤਾਂ ਫਿਲਮੀ ਗੀਤ ਲਿਖ ਕੇ ਪੈਸੇ ਕਮਾਉਣੇ ਸੀ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।